ਚਰਨਾਂ ਦੇ ਨਾਲ ਜੁੜਿਆ ਹੋਇਆ, ਉਹ ਵੀ ਸਤਿਗੁਰੂ ਜੀ ਦੇ ਚਰਨਾਂ ਦਾ ਬਹੁਤ ਹੀ ਪਿਆਰਾ ਸੇਵਕ ਹੈ। ਇਸ ਤਰ੍ਹਾਂ ਸਤਿਗੁਰੂ ਜੀ ਦਾ ਇਹ ਪਾਵਨ ਪ੍ਰਸੰਗ ਚੱਲ ਰਿਹਾ ਹੈ। ਲਖੈ ਗੁਰੂ ਪਰਮੇਸ਼ਰ ਰੂਪ। ਦੋਵੇਂ ਹੀ ਪਿਓ ਪੁੱਤ ਜਿਸ ਵੇਲੇ ਕਾਰਜ ਕਰਦੇ ਨੇ ਤੇ ਇਹ ਚੀਜ਼ ਜਾਣਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਹਾਜ਼ਰ ਨਾਜ਼ਰ ਹਨ। ਸਦਾ ਅਰਾਧਿ ਹਿਰਦੈ ਅਨੂਪ। ਇਸ ਤਰ੍ਹਾਂ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਸਦਾ ਹੀ ਭਾਈ ਸਾਧੂ ਜੀ ਤੇ ਭਾਈ ਰੂਪ ਚੰਦ ਜੀ ਧਿਆਉਣਾ ਕਰਦੇ ਹਨ। ਗੁਰੂ ਡਰੌਲੀ ਮੈਂ ਜਦ ਆਏ। ਜਿਸ ਵਕਤ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਭਾਈ ਕੀ ਡਰੌਲੀ ਨਗਰ ਦੇ ਵਿੱਚ ਪਹੁੰਚ ਜਾਂਦੇ ਹਨ। ਸੁਨ ਮਨ ਵਿਖੇ ਅਦਕ ਹੁਲਸਾਏ। ਜਿਸ ਵੇਲੇ ਦੋਵਾਂ ਪਿਓ ਪੁੱਤਰਾਂ ਨੇ ਸੁਣਿਆ ਤੇ ਬੜਾ ਖੁਸ਼ ਹੁੰਦੇ, ਬੜੇ ਪ੍ਰਸੰਨ ਹੋ ਰਹੇ ਹਨ। ਦਰਸ਼ਨ ਦਿਵਸ ਵਿਸੋਏ ਕਰਿਓ। ਅਤੇ ਇਹ ਮਨ ਵਿੱਚ ਸੋਚਦੇ ਨੇ ਕਿ ਹੁਣ ਸਤਿਗੁਰੂ ਜੀ ਨੇ ਸਾਡੇ ਤੇ ਪਰ ਉਪਕਾਰ ਕੀਤਾ। ਗੁਰੂ ਜੀ ਇੱਥੋਂ ਨੇੜੇ ਆ ਗਏ ਹਨ, ਕਿਉਂਕਿ ਸਾਧ ਸੰਗਤ ਇਹ ਪਰਿਵਾਰ ਤੁਕਲਾਣੀ ਨਗਰ ਦੇ ਵਿੱਚ ਰਹਿਣ ਵਾਲਾ ਤੇ ਭਾਈ ਕੀ ਡਰੌਲੀ ਇੱਥੋਂ 30 ਕਿਲੋਮੀਟਰ ਪੈਂਦਾ ਸੀ। ਪਰਿਵਾਰ ਨੇ ਸੋਚਿਆ ਸਤਿਗੁਰੂ ਜੀ ਸਾਡੇ ਇਲਾਕੇ ਦੇ ਵਿੱਚ ਆ ਗਏ ਨੇ, ਹੁਣ ਜਦੋਂ ਹੀ ਸਾਨੂੰ ਸਮਾਂ ਮਿਲੇਗਾ ਅਸੀਂ ਜਾ ਕੇ ਸਤਿਗੁਰੂ ਜੀ ਦੇ ਦੀਦਾਰ ਕਰ ਸਕਦੇ ਹਾਂ। ਨਿਤ ਪ੍ਰਤ ਪ੍ਰੇਮ ਹੋਤ ਉਰ ਹਰਿਓ। ਇਸ ਦਾ ਜਿਸ ਵੇਲੇ ਸਤਿਗੁਰੂ ਜੀ ਦੇ ਦੀਦਾਰ ਕਰਦੇ ਤੇ ਨਿਤ ਹੀ ਉਹਨਾਂ ਦੇ ਅੰਦਰ ਇੱਕ ਚਾਹ, ਇੱਕ ਉਮਾਹਾ, ਇੱਕ ਉਮੰਗ ਦਰਸ਼ਨਾਂ ਦੀ ਜਾਗਦੀ ਰਹਿੰਦੀ ਹੈ। ਆਗਿਆ ਲੈ ਨਿਜ ਘਰ ਕੋ ਆਏ। ਜਿਸ ਵਕਤ ਇਹ ਆਪਣੇ ਘਰ ਦੇ ਵਿੱਚ ਆਉਂਦੇ ਹਨ, ਗੁਰ ਜਸ ਕਹਿਤ ਸੁਨਤ ਸੁਖ ਪਾਏ। ਆ ਕੇ ਬਹੁਤ ਚਿਰ ਗੁਰੂ ਦੇ ਜਸ ਦੀਆਂ ਗੱਲਾਂ ਕਰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਵੀ ਪਰ ਉਪਕਾਰ ਕੀਤਾ, ਸਤਿਗੁਰੂ ਜੀ ਨੇ ਇਸ ਨੂੰ ਤਾਰ ਦਿੱਤਾ, ਸਤਿਗੁਰੂ ਜੀ ਨੇ ਇਸ ਦਾ ਉਧਾਰ ਕੀਤਾ। ਭਾਵ ਨਿਰੰਕਾਰ ਦੀ ਸਿਫਤ, ਨਿਰੰਕਾਰ ਦੀ ਸੋਭਾ ਦੇ ਖੁਸ਼ੀਆਂ ਦੇ ਬੋਲ ਇਹ ਗਾਉਂਦੇ ਰਹਿੰਦੇ ਹਨ। ਪਿਤਾ ਪੁੱਤ ਆਪਸ ਮੈਂ ਸਦਾ। ਇਹ ਦੋਵੇਂ ਪਿਓ ਪੁੱਤ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰਦੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਰੇ ਵਿਚਾਰਾਂ ਕਰਦੇ ਰਹਿੰਦੇ ਹਨ। ਗੁਰ ਕੀਰਤ ਭਾਖੈ ਜਦ ਕਦਾ। ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਜਦੋਂ ਵੀ ਆਉਂਦੇ, ਸਤਿਗੁਰੂ ਜੀ ਦੇ ਬਚਨ ਸੁਣਦੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਬਚਨਾਂ ਨੂੰ ਢਾਲ ਲੈਂਦੇ ਹਨ। ਜੇਠ ਮਾਸ ਆਇਓ ਜਿਸ ਕਾਲਾ। ਜਿਸ ਵੇਲੇ ਜੇਠ ਦਾ ਮਹੀਨਾ ਸਾਧ ਸੰਗਤ ਚੜ ਜਾਂਦਾ ਹੈ, ਚੰਡ ਸੂਰਤੇ ਕਾਮ ਵਿਸਾਲਾ। ਉਸ ਵੇਲੇ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ। ਦਸੂੰ ਦੇਸ਼ ਮੈਂ ਤਬ ਤੱਕ ਹਨੇਰੀ। ਦਸਾਂ ਹੀ ਦਿਸ਼ਾਵਾਂ ਵਿੱਚੋਂ ਜਿਸ ਵੇਲੇ ਹੁਣ ਲੋਆਂ ਵਗਣੀਆਂ ਸ਼ੁਰੂ ਹੋ ਜਾਂਦੀਆਂ ਹਨ, ਬਹੁਤ ਜ਼ਿਆਦਾ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਹੈ। ਲੋਆਂ ਚਲੇ ਬੇਗ ਦਿਸ ਬੇਰੀ। ਇੰਨੀ ਲੋ ਚੱਲਦੀ ਹੈ ਕਿ ਇਹ ਤਨ ਨੂੰ ਸਾੜ ਜਾਂਦੀ ਹੈ। ਇੱਕ ਦਿਨ ਪਿਤਾ ਪੂਤ ਜੋਗ ਮਿਲੇ। ਇੱਕ ਦਿਨ ਦੋਵੇਂ ਪਿਓ ਪੁੱਤ ਮਿਲ ਜਾਂਦੇ ਨੇ। ਬਾਡਨ ਗਾਲ ਬੈਲ ਕੋ ਚਲੇ। ਤੇ ਕਹਿਣ ਲੱਗੇ ਕਿਉਂ ਨਾ ਜੰਗਲ ਵਿੱਚੋਂ ਘਰ ਦੇ ਲਈ ਕੁਝ ਲੱਕੜਾਂ ਕੱਟ ਕੇ ਲੈ ਕੇ ਆਈਏ। ਇਸ ਤਰ੍ਹਾਂ ਜਿਸ ਵੇਲੇ ਵਿਚਾਰ ਕੀਤੀ, ਦੋਵੇਂ ਪਿਓ ਪੁੱਤ ਸੋਚਦੇ ਅਸੀਂ ਜੰਗਲ ਵਿੱਚੋਂ ਲੱਕੜਾਂ ਲੈ ਆਈਏ। ਉਤੈ ਦੂਰ ਸਾਧੂ ਤਬ ਕਹਿਓ। ਜਿਸ ਵੇਲੇ ਚੱਲਣ ਲੱਗੇ ਤੇ ਭਾਈ ਸਾਧੂ ਜੀ ਕਹਿਣ ਲੱਗੇ ਕਿ ਜੰਗਲ ਇੱਥੋਂ ਕੁਝ ਦੂਰ ਹੈ ਅਤੇ ਬਾਹਰ ਬਹੁਤ ਜ਼ਿਆਦਾ ਤਪਸ਼ ਹੈ, ਬਹੁਤ ਹੀ ਜ਼ਿਆਦਾ ਗਰਮੀ ਹੈ। ਕਹਿਣ ਲੱਗੇ ਹੇ ਮੇਰੇ ਪੁੱਤਰਾ, ਤੂੰ ਕੁਝ ਜਲ ਇੱਕ ਮਸ਼ਕ ਦੇ ਵਿੱਚ, ਇੱਕ ਬਰਤਨ ਦੇ ਵਿੱਚ ਭਰ ਲੈ। ਤੇ ਕਹਿਣ ਲੱਗੇ ਜਿਸ ਵੇਲੇ ਸਾਨੂੰ ਕੁਝ ਪਾਣੀ ਦੀ ਪਿਆਸ ਲੱਗੇਗੀ, ਉਸ ਵੇਲੇ ਅਸੀਂ ਇਸ ਜਲ ਨੂੰ ਛਕ ਲਵਾਂਗੇ। ਜਿਸ ਵੇਲੇ ਭਾਈ ਰੂਪ ਚੰਦ ਜੀ ਨੇ ਸੁਣਿਆ ਨਾ, ਤਾਂ ਉਹਨਾਂ ਨੇ ਬੜਾ ਹੀ ਸਵੱਛ ਜਲ ਇੱਕ ਮਸ਼ਕ ਦੇ ਵਿੱਚ ਉਹਨਾਂ ਚੰਗੀ ਤਰ੍ਹਾਂ ਭਰ ਲਿਆ ਹੈ।
ਇਸ ਤਰ੍ਹਾਂ ਭਾਈ ਸਾਧੂ ਜੀ ਆਪਣੇ ਉਸ ਮੋਢੇ ਦੇ ਉੱਤੇ ਇੱਕ ਕੁਹਾੜਾ ਰੱਖ ਕੇ ਚੱਲ ਪਏ ਹਨ। ਜਿਨਕੇ ਭਾਗ ਉਦਤ ਹੋਇ ਭਲੇ। ਇਸ ਤਰ੍ਹਾਂ ਅੱਜ ਚੰਗੇ ਭਾਗ ਜਾਗੇ ਨੇ ਭਾਈ ਸਾਧੂ ਜੀ ਦੇ ਤੇ ਭਾਈ ਰੂਪ ਚੰਦ ਜੀ ਦੇ। ਗਏ ਦੂਰ ਜਲ ਨਿਕਟ ਉਠਾਏ। ਇਸ ਤਰ੍ਹਾਂ ਜਲ ਨੂੰ ਲੈ ਕੇ ਇਹ ਜੰਗਲ ਵਿੱਚ ਕੁਝ ਦੂਰ ਚਲੇ ਗਏ। ਕਹਿ ਜਾਏ ਕਾਸ਼ਟ ਸਮੁਦਾਏ। ਜਾ ਕੇ ਜੰਗਲ ਵਿੱਚ ਵੇਖਿਆ ਕਿ ਇੱਕ ਲੱਕੜਾਂ ਦਾ ਬਹੁਤ ਦਰਖਤਾਂ ਦਾ ਬਹੁਤ ਵੱਡਾ ਝੁੰਡ ਹੈ। ਉਤੋਂ ਜਲ ਕਰ ਏਕ ਵਿਸਾਲ। ਜਿਸ ਵੇਲੇ ਭਾਈ ਰੂਪ ਚੰਦ ਜੀ ਨੇ ਦੇਖਿਆ ਕਿ ਇੱਕ ਜੰਡ ਦਾ ਦਰਖਤ ਹੈ। ਲਟਕਾਇਓ ਜਲ ਤਿਸ ਕੈ ਨਾਲ। ਉਹ ਜਲ ਵਾਲੀ ਮਸ਼ਕ ਇਹਨਾਂ ਨੇ ਉਸ ਜੰਡ ਦੇ ਦਰਖਤ ਉੱਪਰ ਟੰਗ ਦਿੱਤੀ ਹੈ। ਆਪਨ ਕਾਰ ਕੋ ਕਾਟ ਨਿਹਾਰੇ। ਅਤੇ ਆਪ ਹੁਣ ਜੰਗਲ ਦੇ ਵਿੱਚ ਲੱਕੜਾਂ ਕੱਟਣ ਲੱਗੇ ਹਨ। ਕਾਟਨ ਲਾਗੇ ਹਾਥ ਕੁਠਾਰੇ। ਅਤੇ ਆਪਣੇ ਹੱਥਾਂ ਵਿੱਚ ਕੁਹਾੜੇ ਲੈ ਕੇ ਇਹਨਾਂ ਲੱਕੜਾਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ। ਭੋਜਨ ਕਰ ਘਰ ਤੇ ਚੱਲ ਆਏ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਗਰਮੀ ਦਾ ਸਮਾਂ ਹੈ। ਭਾਈ ਸਾਧੂ ਜੀ ਤੇ ਭਾਈ ਰੂਪ ਚੰਦ ਜੀ ਘਰ ਤੋਂ ਪ੍ਰਸ਼ਾਦਾ ਛਕ ਕੇ ਚੱਲੇ ਹਨ। ਤਪਤ ਕਾਮ ਤੇ ਪਏ ਛਾਏ। ਜਿਸ ਤਰ੍ਹਾਂ ਸਾਧ ਸੰਗਤ ਗਰਮੀ ਹੋਣ ਕਾਰਨ ਇੱਕ ਪਾਸੇ ਗਰਮੀਆਂ ਲੋਆਂ ਵਗ ਰਹੀਆਂ ਨੇ, ਪ੍ਰਸ਼ਾਦਾ ਛਕਿਆ ਹੋਇਆ, ਜਿਸ ਕਰਕੇ ਇਹਨਾਂ ਨੂੰ ਪਾਣੀ ਦੀ ਬਹੁਤ ਪਿਆਸ ਲੱਗਦੀ ਹੈ। ਪਾਨ ਕਰਨ ਜਲ ਕੋ ਚਲ ਗਏ। ਜਿਸ ਵੇਲੇ ਪਿਆਸ ਲੱਗੀ ਤੇ ਕਹਿੰਦੇ ਜਲ ਨਾਲ ਲਿਆਂਦਾ, ਚਲੋ ਜਲ ਛਕ ਲੈਂਦੇ ਹਾਂ। ਜਲ ਤਰੇ ਬਿਤੋਵਤ ਭਏ। ਇਸ ਤਰ੍ਹਾਂ ਜੰਡ ਦੇ ਦਰਖਤ ਦੇ ਕੋਲ ਦੋਵੇਂ ਪਿਓ ਪੁੱਤ ਪਹੁੰਚਦੇ ਹਨ। ਬਿਤ ਕੋ ਪਿਆਵਨ ਹਿਤ ਉਕਸਾਇਓ। ਜਿਸ ਵਕਤ ਹੁਣ ਭਾਈ ਰੂਪ ਚੰਦ ਜੀ ਨੇ ਆਪਣੇ ਪਿਤਾ ਨੂੰ ਜਲ ਪਿਆਉਣ ਹਿਤ ਜਲ ਚੁੱਕਣਾ ਕੀਤਾ। ਜਲ ਕੋ ਰੂਪੇ ਹਾਥ ਲਗਾਇਓ। ਪਰ ਜਦੋਂ ਹੀ ਭਾਈ ਰੂਪ ਚੰਦ ਜੀ ਦਾ ਉਸ ਜਲ ਨੂੰ ਹੱਥ ਲੱਗਦਾ ਹੈ, ਆਤ ਸੀਤਲ ਲਟਕਤ ਸੋਭਾ। ਭਾਈ ਰੂਪ ਚੰਦ ਜੀ ਨੇ ਦੇਖਿਆ ਕਿ ਜਲ ਜਿਹੜਾ ਬੜਾ ਠੰਡਾ ਹੋ ਚੁੱਕਾ ਹੈ। ਪਤਰਿਕਾ ਤੇ ਪਿਤ ਬਹੁ ਜੁਵਾ। ਪਰ ਦੂਸਰੇ ਪਾਸੇ ਵੇਖਦੇ ਨੇ ਕਿ ਮੇਰੇ ਪਿਤਾ ਜੀ ਨੂੰ ਜਲ ਦੀ ਪਿਆਸ ਵੀ ਲੱਗੀ ਹੈ। ਕਹਿਓ ਤਵੇ ਪਿਤਾ ਸੁਨੀਚੈ। ਉਸ ਵੇਲੇ ਭਾਈ ਰੂਪ ਚੰਦ ਜੀ ਕਹਿਣ ਲੱਗੇ ਕਿ ਹੇ ਸਤਿਕਾਰਯੋਗ ਪਿਤਾ ਜੀ, ਕਿਰਪਾ ਕਰਕੇ ਮੇਰੀ ਇੱਕ ਗੱਲ ਸੁਣਨਾ ਕਰੋ। ਆਤ ਸੀਤਲ ਜਲ ਵਿਮਲ ਜਨੀਚੈ। ਕਹਿਣ ਲੱਗੇ ਇਹ ਜਲ ਤੇ ਬੜਾ ਹੀ ਠੰਡਾ ਹੈ, ਬੜਾ ਹੀ ਸ਼ੀਤਲ ਹੈ। ਲੂਵਨ ਲਗਵੇ ਛਾਇਆ ਵਿਕੈ। ਕਹਿਣ ਲੱਗੇ ਕਿ ਇਹ ਜਲ ਠੰਡ ਦੇ ਵਿੱਚ ਹੋਣ ਕਾਰਨ, ਭਾਵ ਜੰਡ ਦੇ ਦਰਖਤ ਦੇ ਨਾਲ ਬੱਝਾ ਹੋਣ ਕਾਰਨ, ਹਵਾ ਚੱਲਣ ਦੇ ਨਾਲ ਇਹ ਬੜਾ ਠੰਡਾ ਹੈ। ਜਾਤੇ ਭਇਓ ਨਾ ਆਸ ਕਾਬ ਵਿਖੈ। ਭਾਈ ਰੂਪ ਚੰਦ ਜੀ ਕਹਿੰਦੇ ਨੇ ਕਿ ਇਹ ਜਲ ਇੰਨਾ ਠੰਡਾ ਹੋਇਆ ਕਿ ਇਸ ਵਰਗਾ ਜਲ ਕਦੇ ਠੰਡਾ ਦੇਖਿਆ ਨਹੀਂ। ਸਾਧ ਸੰਗਤ, ਇਹ ਭਾਵਨਾ ਦੀ ਗੱਲ ਹੈ। ਜਦੋਂ ਗੁਰੂ ਦੇ ਸਿੱਖ ਦੀ ਭਾਵਨਾ ਬਣ ਜਾਂਦੀ ਹੈ। ਕਾਮ ਤੁਮ ਐ ਮਿਹਨਤੀ ਲੋਗ। ਤੇ ਭਾਈ ਰੂਪ ਚੰਦ ਜੀ ਕਹਿਣ ਲੱਗੇ, ਹੇ ਸਤਿਕਾਰਯੋਗ ਪਿਤਾ ਜੀ, ਅਸੀਂ ਮਿਹਨਤੀ ਲੋਕ ਹਾਂ। ਸੋਪ ਆਸ ਵਸਤੂ ਕੇ ਨ ਜੋਗ। ਕਹਿਣ ਲੱਗੇ ਇੰਨਾ ਠੰਡਾ ਜਲ ਸਾਡੇ ਲਈ ਨਹੀਂ ਹੈ। ਸਤਿਗੁਰ ਕੀ ਲਾਇਕ ਜਲ ਭਇਓ। ਕਹਿਣ ਲੱਗੇ ਇਹ ਤੇ ਜਲ ਇੰਨਾ ਠੰਡਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੀਣ ਦੇ ਲਾਇਕ ਹੈ। ਭਾਵ ਕਿ ਇਹ ਜਲ ਸਾਡੇ ਲਈ ਨਹੀਂ, ਇਹ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਲਈ ਹੈ। ਅਪਰ ਉਚਿਤ ਮੈਂ ਨਹਿ ਲਖ ਲਿਓ। ਕਹਿਣ ਲੱਗੇ ਇਸ ਤੋਂ ਉਚਿਤ ਜਲ ਹੋਰ ਕੋਈ ਹੋ ਹੀ ਨਹੀਂ ਸਕਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਛਕਾਉਣ ਵਾਸਤੇ। ਭਾਈ ਰੂਪ ਚੰਦ ਜੀ ਭਾਵਨਾ ਵਿੱਚ ਕਹਿ ਰਹੇ ਹਨ। ਆਦੂਤਮ ਜੋ ਸਭ ਜਗ ਲਾਇਕ। ਕਹਿਣ ਲੱਗੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਜਿਹੜੇ ਕਿ ਸਾਰੇ ਹੀ ਜਗਤ ਦੇ ਮਾਲਕ ਹਨ, ਉਤਮ ਵਸਤ ਸਕਲ ਤਿਨ ਨਾਇਕ। ਤੇ ਕਹਿਣ ਲੱਗੇ ਇਹ ਪਦਾਰਥ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਲਈ ਚੰਗੇ ਨੇ। ਵਸਤਵੰਤ
ਕਹਿਣ ਲੱਗੇ ਕਿ ਜੇ ਇਹ ਜਲ ਅਸੀਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਭੇਟਾ ਕਰਦੇ ਹਾਂ ਤੇ ਸਾਡੇ ਲਈ ਬਹੁਤ ਚੰਗੀ ਗੱਲ ਹੈ, ਕਿਉਂਕਿ ਸਹੀ ਪੁਰਸ਼ਾਂ ਦੀ ਐਸੀ ਹੀ ਕਥਨੀ ਹੁੰਦੀ ਹੈ। ਉਤਮ ਵਸਤ ਗੁਰਨ ਹਿਤ ਦੇਤ। ਕਹਿੰਦੇ ਜੇ ਕੋਈ ਚੰਗੀ ਵਸਤੂ ਲੱਗੇ ਤੇ ਉਹ ਆਪਣੇ ਨਿਰੰਕਾਰ ਨੂੰ ਸੌਂਪਣੀ। ਜੇ ਕੋਈ ਵਧੀਆ ਵਸਤੂ ਹੈ ਇਸ ਨੂੰ ਸਤਿਗੁਰੂ ਜੀ ਦੇ ਹੀ ਚਰਨਾਂ ਵਿੱਚ ਭੇਟ ਕਰਨਾ ਚਾਹੀਦਾ, ਜਿਸ ਨੇ ਕਿਰਪਾ ਕਰਕੇ ਸਾਨੂੰ ਇਹ ਵਸਤ ਦੇਣਾ ਕੀਤੀ ਹੈ। ਆਪਣੇ ਉਚਿਤ ਜਾਨ ਹਰਿ ਕਾਵੈ। ਇਸ ਤਰ੍ਹਾਂ ਇਹ ਦੋਵੇਂ ਪਿਓ ਪੁੱਤ ਹੁਣ ਗੱਲਾਂ ਕਰ ਰਹੇ ਨੇ ਕਿ ਇਹ ਜਿਹੜਾ ਜਲ ਹੈ ਬੜਾ ਉੱਤਮ ਹੈ। ਜਗ ਸਾਗਰ ਦੇ ਹਾਥ ਧਰਾਵੈ। ਕਹਿਣ ਲੱਗੇ ਇਹ ਜਲ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਛਕਾ ਦਿੱਤਾ ਤੇ ਸਤਿਗੁਰੂ ਜੀ ਸਾਨੂੰ ਭਵਜਲ ਰੂਪੀ ਸੰਸਾਰ ਤੋਂ ਪਾਰ ਕਰਾ ਦੇਣਗੇ। ਅਸੀਂ ਇਸ ਜਲ ਸਤਿਗੁਰੂ ਜੀ ਨੂੰ ਛਕਾਉਣਾ ਤੇ ਸਤਿਗੁਰੂ ਜੀ ਨੇ ਸਾਨੂੰ ਸੰਸਾਰ ਤੇ ਆਇਆਂ ਨੂੰ ਸਫਲ ਬਣਾ ਦੇਣਾ ਹੈ। ਸੁਨ ਸਾਧੂ ਨਿਜ ਨੰਦਨ ਬੈਨ। ਜਿਸ ਵੇਲੇ ਹੁਣ ਸਾਧੂ ਜੀ ਨੇ ਆਪਣੇ ਸੁਪੁੱਤਰ ਦੀ ਇਸ ਗੱਲ ਨੂੰ ਸੁਣਨਾ ਕੀਤਾ, ਕਰਤ ਧਿਆਨ ਗੁਰਮੁਦਤ ਨੈਣ। ਉਸ ਵੇਲੇ ਆਪਣੇ ਨੇਤਰ ਬੰਦ ਕਰਕੇ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰਿਆ ਹੈ। ਓਟ ਲਗੇ ਕਾਟਵੇ ਲੱਕੜੀ। ਅਤੇ ਬਾਅਦ ਵਿੱਚ ਜਲ ਉਹਨਾਂ ਨੇ ਛਕਿਆ ਹੀ ਨਹੀਂ ਤੇ ਜਾ ਕੇ ਫਿਰ ਲੱਕੜ ਕੱਟਣ ਲੱਗੇ ਹਨ। ਪ੍ਰਥਮ ਨਾ ਪੀਵੈ ਟੇਕ ਸੋ ਪਕੜੀ। ਕਹਿਣ ਲੱਗੇ ਅਸੀਂ ਇਹ ਜਲ ਅਜੇ ਛਕਣਾ ਹੀ ਨਹੀਂ, ਕਿਉਂਕਿ ਇਹ ਜਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਲਈ ਹੈ ਤੇ ਸਤਿਗੁਰੂ ਜੀ ਹੀ ਇਸ ਜਲ ਨੂੰ ਆ ਕੇ ਛਕਣਾ ਕਰਨਗੇ। ਧਰੀ ਬਿਤਾਏ ਤ੍ਰਿਕਾ ਦੁਰ ਹੋਏ। ਇਸ ਤਰ੍ਹਾਂ ਕੁਝ ਸਮੇਂ ਦੇ ਲਈ ਦੋਵੇਂ ਪਿਓ ਪੁੱਤ ਲੱਕੜਾਂ ਕੱਟਦੇ ਨੇ ਤੇ ਫਿਰ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਸ ਲੱਗਦੀ ਹੈ। ਗੁਣ ਹਰਿ ਤੈ ਆਏ ਮਿਲ ਦੋਏ। ਤੇ ਥੋੜੇ ਸਮੇਂ ਬਾਅਦ ਫਿਰ ਦੋਵੇਂ ਪਿਓ ਪੁੱਤ ਉਸ ਥਾਂ ਤੇ ਆਏ ਜਿੱਥੇ ਕਿ ਉਹਨਾਂ ਨੇ ਜਲ ਟੰਗਿਆ ਹੋਇਆ ਸੀ। ਜਬ ਸਾਧੂ ਨੇ ਹਾਥ ਲਗਾਇਓ। ਹੁਣ ਜਿਸ ਵੇਲੇ ਭਾਈ ਸਾਧੂ ਜੀ ਨੇ ਆ ਕੇ ਦੁਬਾਰਾ ਉਸ ਜਲ ਨੂੰ ਆਪਣੇ ਹੱਥਾਂ ਵਿੱਚ ਪਕੜਨਾ ਕੀਤਾ ਹੈ। ਜਲ ਕੁਨਾ ਅਸੈ ਸਿਤ ਲਾਹਿਓ। ਕਹਿਣ ਲੱਗੇ ਕਿ ਇੰਨਾ ਜਲ ਠੰਡਾ ਹੈ ਕਿ ਇਹ ਸੱਚਮੁੱਚ ਹੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੀਣ ਦੇ ਯੋਗ ਹੈ। ਚੈਨ ਉਤੋਰੇ ਉਤਰਨ ਪਿਆਵਨ। ਇਸ ਤਰ੍ਹਾਂ ਭਾਈ ਸਾਧੂ ਜੀ ਚਾਹੁੰਦੇ ਵੀ ਨੇ ਕਿ ਮੇਰੇ ਪੁੱਤ ਨੂੰ ਰੂਪ ਚੰਦ ਨੂੰ ਪਿਆਸ ਲੱਗੀ ਹੋਵੇਗੀ ਤੇ ਇਹ ਜਲ ਮੈਂ ਉਸ ਨੂੰ ਛਕਾ ਦੇਵਾਂ, ਤਪਨ ਤ੍ਰਿਕਾ ਦੁਰ ਹੇਤ ਢਾਵਨ। ਕਿਉਂਕਿ ਉਸ ਦੀ ਪਿਆਸ ਇਸ ਜਲ ਨੂੰ ਛਕਣ ਨਾਲ ਖਤਮ ਹੋ ਸਕਦੀ ਹੈ। ਲਗ ਜਲ ਸੀਤਲ ਹਿਰਦੈ ਵਿਚਾਰ। ਪਰ ਜਿਸ ਵੇਲੇ ਉਹਨਾਂ ਜਲ ਵੇਖਿਆ ਕਿ ਜਲ ਤੇ ਬਹੁਤ ਜ਼ਿਆਦਾ ਠੰਡਾ ਹੈ ਮਤਵੰਤ ਸੁਤ ਸਾਚ ਉਚਾਰਾ। ਤੇ ਕਹਿਣ ਲੱਗੇ ਮੇਰੇ ਸਮਝਦਾਰ ਪੁੱਤ ਦਾ ਵਚਨ ਸੱਚਮੁੱਚ ਹੀ ਸਹੀ ਹੈ ਕਿ ਇਹ ਜਲ ਸਾਡੇ ਪੀਣ ਦੇ ਯੋਗ ਹੀ ਨਹੀਂ। ਹੋਰ ਲਾਇਕ ਇਹੋ ਨਿਸ਼ਚੈ ਅਹਾ। ਇਹ ਜਲ ਸਤਿਗੁਰੂ ਜੀ ਦੇ ਹੀ ਪੀਣ ਦੇ ਲਾਇਕ ਹੈ। ਕਉ ਆਨ ਕਲ ਪੀਵੈ ਕਹਾ। ਫਿਰ ਕਹਿਣ ਲੱਗੇ ਪਰ ਸਤਿਗੁਰੂ ਜੀ ਆ ਕੇ ਇਸ ਜਲ ਨੂੰ ਕਿਵੇਂ ਛਕ ਲੈਣਗੇ। ਜਲ ਕੋ ਤਜ ਬੈਠਿਓ ਸੁਤ ਪਾਸ। ਇਸ ਤਰ੍ਹਾਂ ਜਲ ਨੂੰ ਛੱਡ ਕੇ ਦੋਵੇਂ ਪਿਓ ਪੁੱਤ ਹੁਣ ਜੰਗਲ ਦੇ ਵਿੱਚ ਬੈਠ ਗਏ ਹਨ। ਲਾਗੀ ਬਹੁ ਦੋਨੋਂ ਕੋ ਪਿਆਸ। ਅਤੇ ਭਾਈ ਸਾਧੂ ਜੀ ਤੇ ਭਾਈ ਰੂਪ ਚੰਦ ਜੀ ਨੂੰ ਬਹੁਤ ਜ਼ਿਆਦਾ ਪਿਆਸ ਵੀ ਲੱਗੀ ਹੋਈ ਹੈ। ਸ਼ਿਵ ਕੰਠ ਮੁਖ ਉਸ਼ਟ ਭਏ। ਇਸ ਤਰ੍ਹਾਂ ਸਾਧ ਸੰਗਤ ਹੁਣ ਇੰਨੀ ਪਿਆਸ ਲੱਗੀ ਹੈ, ਸ਼ੁਸ਼ਕ ਕੰਠ ਜਿਹੜਾ ਗਲ ਹੈ ਇਹ ਵੀ ਪਿਆਸ ਦੇ ਨਾਲ ਸੁੱਕਣਾ ਸ਼ੁਰੂ ਹੋ ਗਿਆ। ਜਿਹੜੇ ਬੁੱਲ ਨੇ ਮੂੰਹ ਹੈ ਇਹ ਵੀ ਸੁੱਕਣਾ ਸ਼ੁਰੂ ਹੋਇਆ ਹੈ। ਰਸਨਾ ਚਲਤ ਨਾ ਬਹੁ ਮੁਰਝਏ। ਕਹਿਣ ਲੱਗੇ ਕਿ ਇੰਨਾ ਜ਼ਿਆਦਾ ਪਿਆਸ ਲੱਗੀ ਕਿ ਉਹਨਾਂ ਤੋਂ ਹੁਣ ਬੋਲਿਆ ਵੀ ਨਹੀਂ ਜਾ ਰਿਹਾ। ਸਨੇ ਸਨੇ ਤਬ ਨੀਠੈ ਢੀਠ। ਅਤੇ ਹੁਣ ਹੌਲੀ ਹੌਲੀ ਬੋਲਣਾ ਸ਼ੁਰੂ ਕਰਦੇ ਨੇ ਤੇ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿਰਪਾ ਕਰਕੇ ਆਪ ਮਿਹਰ ਦੇ ਘਰ ਵਿੱਚ ਆਵੋ ਤੇ ਇਸ ਜਲ ਨੂੰ ਛਕ ਲਵੋ। ਬੋਲੇ ਦ੍ਰਿਸ਼ਟ ਚਲਾਵੇ ਢੀਠ। ਕਹਿੰਦੇ ਕਿ
ਸਤਿਗੁਰੂ ਜੀ ਕਿਰਪਾ ਕਰਕੇ ਇਸ ਜਲ ਨੂੰ ਆ ਕੇ ਛਕਣਾ ਕਰੋ। ਸਤਿਗੁਰ ਡਾਲ ਦਰੋਲੀ ਡੇਰਾ। ਕਹਿੰਦੇ ਕਿ ਸਤਿਗੁਰੂ ਜੀ ਆਪ ਜੀ ਨੇ ਭਾਈ ਕੀ ਡਰੋਲੀ ਹੀ ਡੇਰਾ ਕੀਤਾ ਹੋਇਆ। ਸਾਧ ਸੰਗਤ ਜੀ, ਤੁਕਲਾਣੀ ਨਗਰ ਭਾਈ ਕੀ ਡਰੌਲੀ ਨਗਰ ਤੋਂ 30 ਕਿਲੋਮੀਟਰ ਦੀ ਵਿੱਥ ਤੇ ਹੈ। ਪਰ ਸਤਿਗੁਰੂ ਜੀ ਦੇ ਪਿਆਰਿਆਂ ਦੀ ਭਾਵਨਾ ਬਣੀ ਹੈ ਕਿ ਇਹ ਜਲ ਅਸੀਂ ਸਤਿਗੁਰੂ ਜੀ ਨੂੰ ਹੀ ਛਕਾਉਣਾ ਹੈ। ਇਸ ਕੋਸ ਕੋ ਪੰਥਕ ਨੇਰਾ। ਤੇ ਨਾਲ ਹੀ ਸੋਚਦੇ ਨੇ ਕਿ ਇਹ ਜੋ 30 ਕੋ ਦਾ ਪੈਂਡਾ, ਇਹ ਪੈਂਡਾ ਵੀ ਕੋਈ ਥੋੜਾ ਨਹੀਂ, ਬਹੁਤ ਜ਼ਿਆਦਾ ਪੈਂਡਾ ਬਣਦਾ ਹੈ। ਬੜੇ ਸਮੇਂ ਇਸ ਕਾਮ ਮਿਸਾਲਾ। ਇੱਕ ਪਾਸੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ। ਕਿਮ ਅਬ ਹੈ ਗੁਰੂ ਕਿਰਪਾਲਾ। ਸੋਚਦੇ ਨੇ ਕਿ ਕਿਰਪਾਲੂ ਦਿਆਲੂ ਸਤਿਗੁਰੂ ਜੀ ਕਿਵੇਂ ਸਾਡੇ ਤੱਕ ਪਹੁੰਚਣਗੇ। ਤਬ ਰੂਪੇ ਪਿਤ ਕੋ ਸਮਝਾਇਓ। ਉਸ ਵੇਲੇ ਹੁਣ ਭਾਈ ਰੂਪਾ ਜੀ ਆਪਣੇ ਪਿਤਾ ਜੀ ਨੂੰ ਇਸ ਤਰ੍ਹਾਂ ਸਮਝਾਉਣਾ ਕਰਦੇ ਨੇ। ਕਿਮ ਸੰਸੇ ਨਾ ਕਰਨ ਬਣਾਇਓ। ਕਹਿਣ ਲੱਗੇ ਕਿ ਪਿਤਾ ਜੀ ਸਾਨੂੰ ਗੁਰੂ ਦੇ ਉੱਪਰ ਕੋਈ ਸ਼ੰਕਾ ਨਹੀਂ ਕਰਨਾ ਚਾਹੀਦਾ। ਇਹ ਅੱਜ ਵੀ ਸਾਧ ਸੰਗਤ ਸਾਨੂੰ ਸਮਝਣ ਦੀ ਲੋੜ ਹੈ। ਅਸੀਂ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜਨਾ ਤੇ ਸਾਡੀ ਭਾਵਨਾ ਹੋਵੇ, ਪਰ ਜੇਕਰ ਅਸੀਂ ਹਰੇਕ ਗੱਲ ਤਰਕ ਦੇ ਵਿੱਚ ਆ ਕੇ ਕਰਨ ਲੱਗ ਪਏ ਨਾ, ਅਸੀਂ ਗੁਰੂ ਦੀ ਕਿਰਪਾ ਦੇ ਉੱਤੇ ਵੀ ਸ਼ੰਕੇ ਕਰਨ ਲੱਗ ਪਏ, ਫਿਰ ਸਾਡਾ ਕੋਈ ਹੱਲ ਹੀ ਨਹੀਂ ਹੋ ਸਕਦਾ। ਫਿਰ ਤੇ ਕੇਵਲ ਅਸੀਂ ਘਾਟੇ ਵਾਲਾ ਹੀ ਸੌਦਾ ਕਰਨਾ ਹੈ। ਸੋ ਸਾਧ ਸੰਗਤ ਜੀ, ਭਾਈ ਰੂਪ ਚੰਦ ਜੀ ਆਪਣੇ ਪਿਤਾ ਨੂੰ ਕਹਿ ਰਹੇ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਸਭ ਕੁਝ ਕਰਨ ਵਾਲੇ ਨੇ। ਸਤਿਗੁਰੂ ਜੀ ਦੀ ਸ਼ਕਤੀ ਦੇ ਉੱਪਰ, ਸਤਿਗੁਰੂ ਜੀ ਦੀ ਕਿਰਪਾ ਦੇ ਉੱਪਰ, ਸਤਿਗੁਰੂ ਜੀ ਦੇ ਪਰਉਪਕਾਰਾਂ ਦੇ ਉੱਤੇ ਸਾਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਸ਼ੰਕਾ ਨਹੀਂ ਕਰਨਾ ਚਾਹੀਦਾ। ਸਰਬ ਸ਼ਕਤ ਮਾਲਕ ਗੁਰ ਪੂਰਾ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਰਬ ਸ਼ਕਤੀਮਾਨ ਸਤਿਗੁਰੂ ਹਨ। ਜੈ ਸਿਮਰੇ ਸੋ ਤਾਬਾਨ ਹਜੂਰਾ। ਜਿੱਥੇ ਵੀ ਸਤਿਗੁਰੂ ਜੀ ਨੂੰ ਕਿਸੇ ਨੇ ਯਾਦ ਕੀਤਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਥੇ ਹੀ ਪਹੁੰਚਣ ਵਾਲੇ ਹਨ। ਅਮਰੋ ਪ੍ਰੇਮ ਪਰਮ ਨਿਰਭੈ। ਕਹਿਣ ਲੱਗੇ ਇਹ ਤੇ ਗੱਲ ਹੋ ਸਕਦੀ ਕਿ ਸਤਿਗੁਰੂ ਜੀ ਸਾਡੀ ਪ੍ਰਤੀਖਿਆ ਲੈ ਰਹੇ ਹੋਣ, ਸਤਿਗੁਰੂ ਜੀ ਸਾਡੀ ਪ੍ਰੀਖਿਆ ਲੈ ਰਹੇ ਹੋਣ ਕਿ ਮੇਰੇ ਪਿਆਰਿਆਂ ਵਿੱਚ ਕਿੰਨੀ ਕੁ ਭਾਵਨਾ ਹੈ। ਬਾਨ ਹਰੇ ਲਾਇਕ ਰਿਜ ਰਾਹੈ। ਕਹਿਣ ਲੱਗੇ ਕਿ ਇਹ ਜਲ ਸਤਿਗੁਰੂ ਜੀ ਦੇ ਲਈ ਹੈ ਤੇ ਅਸੀਂ ਸਤਿਗੁਰੂ ਜੀ ਨੂੰ ਜ਼ਰੂਰ ਛਕਾਉਣਾ ਹੈ। ਤੇ ਪੂਰਨ ਭਰੋਸਾ ਰੱਖਿਓ ਗੁਰੂ ਹਰਗੋਬਿੰਦ ਸਾਹਿਬ ਇਹ ਜਲ ਛਕਣ ਵਾਸਤੇ ਜ਼ਰੂਰ ਆ ਜਾਣਗੇ। ਕਿਮ ਕਹਿ ਗਏ ਕਾਰ ਕੋ ਕਰਵੇ। ਇਹ ਗੱਲ ਕਹਿ ਕੇ ਉਹਨਾਂ ਨੇ ਫਿਰ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਲੀ ਨ ਗਈ ਹਟੇ ਪੁਨ ਪਰਬੇ। ਹੁਣ ਇੰਨੀ ਜ਼ਿਆਦੀ ਪਿਆਸ ਲੱਗੀ ਹੈ ਕਿ ਉਹਨਾਂ ਤੋਂ ਹੁਣ ਜੰਗਲ ਵਿੱਚ ਲੱਕੜਾਂ ਵੀ ਨਹੀਂ ਕੱਟੀਆਂ ਜਾ ਰਹੀਆਂ। ਭਏ ਦਰਖਤ ਤ੍ਰਿਖਾ ਤੁਰ ਲੱਕੜੀ ਕਾਟੀ। ਇਸ ਤਰ੍ਹਾਂ ਜਿਸ ਵੇਲੇ ਬੜੀ ਜ਼ਿਆਦੀ ਉਹਨਾਂ ਨੂੰ ਪਿਆਸ ਲੱਗੀ ਹੈ, ਫਿਰ ਉਹਨਾਂ ਨੇ ਬੜੇ ਹੀ ਸਹਿ ਦੇ ਨਾਲ ਬੜਾ ਸਮਾਂ ਲਾ ਕੇ ਕੁਝ ਕੁ ਲੱਕੜਾਂ ਕੱਟੀਆਂ ਹਨ। ਕੋਟ ਲਾਲ ਮੁਖ ਲਾਟੀ। ਪਰ ਦੂਸਰੇ ਪਾਸੇ ਬਹੁਤ ਜ਼ਿਆਦਾ ਪਿਆਸ ਲੱਗੀ ਹੋਣ ਕਾਰਨ ਉਹਨਾਂ ਦਾ ਜਿਹੜਾ ਮੁਖ ਹੈ ਇਹ ਸੁੱਕਾ ਹੋਇਆ ਹੈ। ਅਤ ਸੀਤਲ ਜਲ ਉਤਮ ਜਾਨ। ਕਿਉਂਕਿ ਇਹਨਾਂ ਨੇ ਜਲ ਨੂੰ ਉੱਤਮ ਜਾਣ ਕੇ, ਠੰਡਾ ਜਾਣ ਕੇ ਜਹਦ ਕਰਾਇਓ ਸ੍ਰੀ ਗੁਰ ਪਾਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਇਹ ਜਲ ਛਕਾਉਣਾ ਚਾਹਿਆ ਹੈ। ਖਿਨ ਬਦਨ ਮਨ ਉਮਗ ਵਡੇਰੀ। ਮਨ ਦੇ ਵਿੱਚ ਬੜਾ ਹੀ ਜ਼ਿਆਦਾ ਉਤਸ਼ਾਹ ਹੈ ਭਾਈ ਰੂਪ ਚੰਦ ਜੀ ਦੇ ਤੇ ਭਾਈ ਸਾਧੂ ਜੀ ਦੇ। ਪਿਤਾ ਪੁੱਤਰ ਵਿਆਕੁਲ ਤਿਸ ਬੇਰੀ। ਇਹ ਅਤੇ ਪਿਓ ਤੇ ਪੁੱਤ ਬੜੇ ਹੁਣ ਵਿਆਕੁਲ ਹੋ ਰਹੇ ਹਨ। ਸ੍ਰੀ ਹਰਗੋਬਿੰਦ ਮੰਦਰ ਅੰਦਰ। ਇਧਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਭਾਈ ਕੀ ਡਰੌਲੀ ਨਗਰ ਦੇ ਵਿੱਚ ਹਨ। ਥਿਰੈ ਪਰਯੰਕ ਪੀਠ ਮਿਰਦ ਸੁੰਦਰ। ਸਤਿਗੁਰੂ ਜੀ ਦੇ ਲਈ ਸੁੰਦਰ ਪਲੰਘ ਲੱਗਾ ਹੋਇਆ ਤੇ ਸਤਿਗੁਰੂ ਜੀ ਸੇਜ ਦੇ ਉੱਪਰ ਬਿਰਾਜਮਾਨ ਹਨ। ਕਾਲ ਟਾਟੀ ਕੀਨੇ ਸ਼ਿਕਰਾ। ਇਸ ਤਰ੍ਹਾਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਕੁਝ ਟਾਟ ਵੀ ਵਿਛੇ ਹੋਏ ਹਨ। ਜਲ ਸੰਚਤ ਸੀਤਲ ਮਹਿਕਾਵ।
ਅਤੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਠੰਡੇ ਜਲ ਦਾ ਛਿੜਕਾਅ ਵੀ ਕੀਤਾ ਹੋਇਆ ਹੈ ਅਤੇ ਬੜੀ ਹੀ ਸੁੰਦਰ ਮਹਿਕ ਆ ਰਹੀ ਹੈ ਅਰਕ ਗੁਲਾਬਨ ਕੰਧ ਉਨੀਚੇ ਅਤੇ ਕੰਧਾਂ ਦੇ ਉੱਤੇ ਵੀ ਗੁਲਾਬ ਦਾ ਅਰਕ ਛਿੜਕਿਆ ਹੋਇਆ ਹੈ ਅਤਰ ਸੁਗੰਧਤ ਬਸਤਰਨ ਬੀਚੇ ਅਤੇ ਸਤਿਗੁਰੂ ਜੀ ਦੇ ਬਸਤਰਾਂ ਦੇ ਵਿੱਚੋਂ ਵੀ ਬੜੀ ਸੁੰਦਰ ਅਤਰ ਦੀ ਸੁਗੰਧ ਆ ਰਹੀ ਹੈ ਰਾਮੋ ਕਰੀ ਬਿਜਨ ਕੋ ਕਰੈ ਬੀਬੀ ਰਾਮੋ ਜੀ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਖੜੇ ਭਖਾ ਚੱਲ ਰਹੇ ਨੇ ਸਤਿਗੁਰੂ ਜੀ ਨੂੰ ਸਾਈ ਦਾਸੈ ਬਾਤ ਉਚਰੈ ਅਤੇ ਸਾਈਂ ਦਾਸ ਜੀ ਸਤਿਗੁਰੂ ਜੀ ਦੇ ਨਾਲ ਵਿਚਾਰਾਂ ਕਰ ਰਹੇ ਹਨ ਕਰੀ ਪ੍ਰੇਮ ਨੇ ਖੈਚ ਬਡੇਰੀ ਜਿਸ ਵੇਲੇ ਇਹਨਾਂ ਦੋਵਾਂ ਪਿਓ ਪੁੱਤਰਾਂ ਨੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ ਸਭ ਕਿਛ ਤਿਆਗ ਦੀਨ ਤਿਸ ਬੇਰੀ ਸਤਿਗੁਰੂ ਜੀ ਸਭ ਕੁਝ ਨੂੰ ਤਿਆਗ ਕੇ ਕਹਿਤ ਸ਼੍ਰੀ ਗਈ ਜੀਨ ਪਵਾਇਓ ਕਹਿਣ ਲੱਗੇ ਕਿ ਛੇਤੀ ਦੇ ਨਾਲ ਤੁਸੀਂ ਘੋੜੇ ਦੇ ਉੱਤੇ ਹੁਣ ਕਾਠੀ ਪਾ ਦਵੋ ਚੜ੍ਹੇ ਹੇਤ ਤੁਰੰਗ ਮੰਗਾਇਓ ਇਸ ਤਰ੍ਹਾਂ ਸਤਿਗੁਰੂ ਜੀ ਨੇ ਸਵਾਰੀ ਲਈ ਹੁਣ ਘੋੜਾ ਮੰਗਵਾਇਆ ਹੈ ਭਏ ਇਕਾਕੀ ਤਬ ਅਸਵਾਰ ਇਸ ਤਰ੍ਹਾਂ ਸਤਿਗੁਰੂ ਜੀ ਹੁਣ ਇਕੱਲੇ ਹੀ ਘੋੜੇ ਤੇ ਸਵਾਰ ਹੋਏ ਹਨ ਨਹਿ ਦਾਸਨ ਦੁਖ ਸਕੇ ਸਹਾਰ ਅਤੇ ਸਤਿਗੁਰੂ ਜੀ ਇਕੱਲੇ ਭਾਈ ਕੀ ਡਰੋਲੀ ਨਗਰ ਤੋਂ ਚੱਲ ਪਏ ਨੇ ਕਿਉਂਕਿ ਸਤਿਗੁਰੂ ਜੀ ਆਪਣੇ ਪਿਆਰਿਆਂ ਦਾ ਦੁੱਖ ਨਹੀਂ ਚੱਲ ਸਕਦੇ ਇਸ ਕੋਸ ਪਹੁੰਚੈ ਛਿਨ ਮਾਹੀ ਇਸ ਤਰ੍ਹਾਂ ਸਤਿਗੁਰੂ ਜੀ ਹੁਣ 30 ਕੋਹ ਦਾ ਪੰਧ 30 ਕੋਹ ਦਾ ਰਸਤਾ ਸਤਿਗੁਰੂ ਜੀ ਬੜੀ ਜਲਦੀ ਤੈਅ ਕਰਦੇ ਹਨ ਹੋਏ ਤ੍ਰਿਕਾ ਤੁਰ ਇਹ ਤੋਤ ਯਾਹੀ ਅਤੇ ਉਸ ਥਾਂ ਤੇ ਪਹੁੰਚੇ ਜਿੱਥੇ ਕਿ ਇਹ ਦੋਵੇਂ ਪਿਓ ਪੁੱਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰ ਰਹੇ ਸਨ ਜਿਮ ਜਲ ਪ੍ਰਾਪਤ ਕਹੂ ਨ ਹੋਆ ਹੁਣ ਸਤਿਗੁਰੂ ਜੀ ਉਸ ਜੰਗਲ ਦੇ ਵਿੱਚ ਪਹੁੰਚੇ ਜਿੱਥੇ ਭਾਈ ਸਾਧੂ ਜੀ ਤੇ ਭਾਈ ਰੂਪਚੰਦ ਜੀ ਨੇ ਤੇ ਸਤਿਗੁਰੂ ਜੀ ਨੇ ਐਸੀ ਇੱਕ ਖੇਡ ਰਚੀ ਕਿ ਸਤਿਗੁਰੂ ਜੀ ਜੰਗਲ ਦੇ ਵਿੱਚੋਂ ਜਲ ਢੂੰਡਦੇ ਹਨ ਜੰਗਲ ਵਿਖੇ ਪਰਮਤ ਤਲ ਜੋਵਾ ਅਤੇ ਸਤਿਗੁਰੂ ਜੀ ਜੰਗਲ ਦੇ ਵਿੱਚ ਹੁਣ ਜਲ ਦੀ ਤਲਾਸ਼ ਕਰਦੇ ਹਨ ਪਿਤਾ ਪੂਤ ਵਿਆਕੁਲ ਛਿਤ ਪਰੇ ਦੂਜੇ ਪਾਸੇ ਭਾਈ ਸਾਧੂ ਜੀ ਤੇ ਭਾਈ ਰੂਪਚੰਦ ਜੀ ਇਹ ਵੀ ਜਲ ਦੀ ਪਿਆਸ ਲੱਗਣ ਕਾਰਨ ਬੜੇ ਵਿਆਕੁਲ ਹਨ ਸ਼ੂਸ਼ਕ ਬਦਨ ਉਸ਼ਨ ਜੁਗ ਜੁਰੇ ਅਤੇ ਜੰਗਲ ਦੇ ਵਿੱਚ ਆਸੇ-ਪਾਸੇ ਵੇਖਦੇ ਨੇ ਕਿ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਹੁਣ ਵੀ ਆ ਜਾਣਗੇ ਹੁਣ ਵੀ ਸਤਿਗੁਰੂ ਜੀ ਆ ਕੇ ਜਲ ਛਕਣਗੇ ਇੱਕ ਸਤਿਗੁਰ ਕੀ ਆਸਾ ਲਾਗੇ ਇਸ ਤਰ੍ਹਾਂ ਦੋਵਾਂ ਹੀ ਪਿਓ ਪੁੱਤਰਾਂ ਦੇ ਅੰਦਰ ਬੜੀ ਆਸ ਹੈ ਬੜੀ ਭਾਵਨਾ ਹੈ ਕਿ ਸਤਿਗੁਰੂ ਜੀ ਸਾਡੇ ਤੇ ਜ਼ਰੂਰ ਟੁੱਟ ਪੈਣਗੇ ਬਾਨ ਪਿਆਵਨ ਪਰ ਅੰਧਰਾ ਕੇ ਅਤੇ ਸਤਿਗੁਰੂ ਜੀ ਨੂੰ ਜਲ ਭੇਟ ਕਰਨ ਦੇ ਲਈ ਇਹਨਾਂ ਅੰਦਰ ਬੜਾ ਉਤਸ਼ਾਹ ਹੈ ਪੂਰਬ ਅਰਬ ਦੀਨ ਜਲ ਸੀਤਲ ਇਸ ਤਰ੍ਹਾਂ ਸੋਚਦੇ ਨੇ ਕਿ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਸੀਂ ਇਹ ਜਲ ਭੇਟਾ ਕਰਨਾ ਹੈ ਬਿਨ ਗੁਰ ਪੀਏ ਨ ਹਟ ਧਰ ਸੀਤਲ ਕਹਿੰਦੇ ਜਿੰਨਾ ਚਿਰ ਗੁਰੂ ਸਾਹਿਬ ਜੀ ਸਾਡੇ ਤੋਂ ਆ ਕੇ ਜਲ ਨਹੀਂ ਛਕਣਗੇ ਉਹਨਾਂ ਚਿਰ ਅਸੀਂ ਵੀ ਇਸ ਜਲ ਨੂੰ ਛਕਣਾ ਨਹੀਂ ਪ੍ਰਾਨ ਅੰਤ ਲਾਓ ਪ੍ਰੇਮ ਨਿਭਾ ਹੁਣ ਜਿਸ ਵੇਲੇ ਇਹਨਾਂ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ ਨੇ ਕਿਮ ਗੁਰ ਨਹਿ ਆਵੇ ਤਿਨ ਪਾਹਾ ਸਿੱਖਾਂ ਦੀ ਭਾਵਨਾ ਇੰਨੀ ਹੈ ਕਿ ਗੁਰੂ ਸਾਹਿਬ ਉਥੇ ਕਿਉਂ ਨਾ ਹਾਜ਼ਰ ਹੁੰਦੇ ਏਕ ਦੂਰ ਤੇ ਦੋਇਨ ਦਾਸਾ ਦੋਵਾਂ ਨੇ ਹੀ ਜਿਸ ਵੇਲੇ ਦੂਰ ਦੂਰ ਤੱਕ ਵੇਖਿਆ ਉੱਚੇ ਸਤਿਗੁਰ ਬਾਗ ਪ੍ਰਕਾਸ਼ਾ ਕਿ ਸਤਿਗੁਰੂ ਜੀ ਇੱਕ ਅਲੱਗ ਹੀ ਸਾਈਡ ਤੇ ਨੇ ਤੇ ਸਤਿਗੁਰੂ ਜੀ ਦੇ ਬਚਨਾਂ ਦੀ ਆਵਾਜ਼ ਆ ਰਹੀ ਹੈ ਓ ਤੁਮ ਪਰੇ ਬਤਾਵੋ ਹਮੈ ਸਤਿਗੁਰੂ ਜੀ ਕਹਿੰਦੇ ਤੁਸੀਂ ਜੰਗਲ ਵਿੱਚ ਕਿਉਂ ਲੇਟੇ ਹੋਏ ਹੋ ਪਿਤਾ ਵਿਗਾਨ ਦੇ ਦਿਓ ਸਮੈ ਤੇ ਸਤਿਗੁਰੂ ਜੀ ਕਹਿੰਦੇ ਇਸ ਸਮੇਂ ਸਾਨੂੰ ਪਿਆਸ ਬਹੁਤ ਦੁਖੀ ਕਰ ਰਹੀ ਹੈ ਵੇਖੋ ਸਾਧ ਸੰਗਤ ਭਾਈ ਸਾਧੂ ਜੀ ਤੇ ਭਾਈ ਰੂਪਚੰਦ ਜੀ ਦੀ ਭਾਵਨਾ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਹੁਣ ਕਹਿ ਰਹੇ ਨੇ ਕਿ ਸਾਨੂੰ ਬੜੀ ਜਲਦੀ ਪਿਆਸ ਲੱਗੀ ਹੋਈ ਹੈ ਜਲ ਜੰਗਲ
ਤੇ ਸਤਿਗੁਰੂ ਜੀ ਕਹਿੰਦੇ ਕਿ ਸਾਨੂੰ ਜੰਗਲ ਦੇ ਵਿੱਚੋਂ ਕਿਤੇ ਵੀ ਜਲ ਪ੍ਰਾਪਤ ਨਹੀਂ ਹੋਇਆ। ਖੋਜਤ ਫਿਰੈ ਹਾਥ ਨਹਿ ਆਵੈ। ਸਤਿਗੁਰੂ ਜੀ ਕਹਿੰਦੇ ਅਸੀਂ ਬੜਾ ਜੰਗਲ ਦੇ ਵਿੱਚ ਖੋਜਿਆ ਪਰ ਕਿਤਿਓਂ ਵੀ ਜਲ ਸਾਡੇ ਹੱਥ ਨਹੀਂ ਆਇਆ। ਸੁਨ ਗੁਹਾਰ ਕੋ ਆਖ ਉਗਾਰੀ। ਜਿਸ ਵੇਲੇ ਸਤਿਗੁਰੂ ਜੀ ਦੇ ਇਹਨਾਂ ਬਚਨਾਂ ਨੂੰ ਸੁਣਿਆ ਨਾ ਤੇ ਭਾਈ ਸਾਧੂ ਜੀ, ਭਾਈ ਰੂਪ ਚੰਦ ਜੀ ਜਿਹੜੇ ਬੇਨਤੀਆਂ ਕਰ ਰਹੇ ਸਨ, ਉਹਨਾਂ ਨੇ ਹੁਣ ਸਤਿਗੁਰੂ ਜੀ ਦੀ ਆਵਾਜ਼ ਸੁਣ ਕੇ ਆਪਣੇ ਨੇਤਰਾਂ ਨੂੰ ਖੋਲ੍ਹਣਾ ਕੀਤਾ ਹੈ ਉਠ ਸਾਧੂ ਵਿਆਕੁਲ ਦਿਖ ਭਾਰੀ। ਤੇ ਕਹਿਣ ਲੱਗੇ ਕਿ ਇਹ ਆਵਾਜ਼ ਕਿਸ ਦੀ ਆ ਰਹੀ ਹੋਵੇ ਕਿ ਮੈਨੂੰ ਪਿਆਸ ਲੱਗੀ ਹੈ। ਕੌਣ ਪੁਕਾਰਤ ਜੰਗਲ ਮਾਹੀ। ਇਸ ਵੇਲੇ ਕੌਣ ਹੈ ਜੰਗਲ ਵਿੱਚ ਜੋ ਜਲ ਜਲ ਪੁਕਾਰ ਰਿਹਾ ਹੈ। ਜੇਠ ਦੁਪਹਿਰੇ ਫਿਰ ਗਇਓ ਨਾਹੀ। ਕਹਿਣ ਲੱਗੇ ਇਸ ਵੇਲੇ ਜੰਗਲ ਵਿੱਚ ਕੌਣ ਹੋਵੇਗਾ ਜਿਹੜਾ ਜਲ ਦੀ ਪਿਆਸ, ਜਲ ਨੂੰ ਪ੍ਰਾਪਤ ਕਰਨ ਦੇ ਲਈ ਸਾਨੂੰ ਆਵਾਜ਼ ਲਗਾ ਰਿਹਾ। ਕਿਉਂਕਿ ਸਾਧ ਸੰਗਤ ਇਹ ਦੋਵਾਂ ਹੀ ਪਿਓ ਪੁੱਤਰਾਂ ਦੀ ਇੱਕ ਭਾਵਨਾ ਸੀ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਕਿ ਸਤਿਗੁਰੂ ਜੀ ਕਿਰਪਾ ਕਰਕੇ ਆ ਕੇ ਜਲ ਛਕ ਲਵੋ। ਤੇ ਜਿਸ ਵੇਲੇ ਹੁਣ ਭਾਈ ਸਾਧੂ ਜੀ ਨੇ ਆਵਾਜ਼ ਸੁਣੀ ਤੇ ਸਤਿਗੁਰੂ ਜੀ ਦੇ ਦੀਦਾਰਿਆਂ ਦੇ ਲਈ ਉਹ ਦੇਖ ਰਹੇ ਹਨ। ਸੁਨ ਗੁਹਾਰ ਕੋ ਆਖ ਉਗਾਰੀ। ਜਿਸ ਵੇਲੇ ਆਵਾਜ਼ ਸੁਣਿਆ ਤੇ ਉਹਨਾਂ ਨੇ ਹੁਣ ਆਪਣੇ ਨੇਤਰ ਖੋਲੇ ਨੇ। ਉਠ ਸਾਧੂ ਵਿਆਕੁਲ ਦਿਖ ਭਾਰੀ। ਵੇਖਿਆ ਕਿ ਕਿਸ ਦੀ ਆਵਾਜ਼ ਇਸ ਵੇਲੇ ਆ ਰਹੀ ਹੈ। ਕੌਣ ਪੁਕਾਰਤ ਜੰਗਲ ਮਾਹੀ। ਇਸ ਵੇਲੇ ਜੰਗਲ ਵਿੱਚ ਕੌਣ ਜਲ ਜਲ ਪੁਕਾਰ ਰਿਹਾ ਹੈ। ਜੇਠ ਦੁਪਹਿਰੇ ਫਿਰ ਗਇਓ ਨਾਹੀ। ਜੇਠ ਦੇ ਮਹੀਨੇ ਵਿੱਚ ਕੌਣ ਹੈ ਐਸਾ ਜੰਗਲ ਵਿੱਚ ਚੜ੍ਹੇ ਤੁਰੰਗ ਪਰ ਆਵਤ ਹੇਰੇ। ਤੇ ਉਸ ਵੇਲੇ ਦੇਖਿਆ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਘੋੜੇ ਤੇ ਚੜੇ ਹੋਏ ਆ ਰਹੇ ਹਨ। ਸ੍ਰੀ ਹਰਗੋਬਿੰਦ ਹੈ ਜਿਸ ਵੇਲੇ। ਤੇ ਦੇਖਿਆ ਕਿ ਇਸ ਵੇਲੇ ਤੇ ਇਹ ਮੀਰੀ ਪੀਰੀ ਦੇ ਮਾਲਕ ਜੀ ਆਏ ਹਨ। ਜਿਮ ਬਹੁ ਤਪਤ ਗਇਓ ਸੁਖ ਨੀਰ। ਜਿਸ ਤਰ੍ਹਾਂ ਇੱਕ ਛੋਟੇ ਜਿਹੇ ਸਰੋਵਰ ਦੇ ਵਿੱਚੋਂ ਜਲ ਸੁੱਕ ਜਾਵੇ, ਅਲਪ ਤਾਲ ਜੁਗ ਮਾਮੀਨ ਸਰੀਰ। ਜੇ ਜਲ ਸੁੱਕ ਜਾਵੇ ਤੇ ਮੱਛੀਆਂ ਤੜਪਣ ਲੱਗਦੀਆਂ ਨੇ। ਇਸੇ ਤਰ੍ਹਾਂ ਹੀ ਭਾਈ ਸਾਧੂ ਜੀ ਤੇ ਭਾਈ ਰੂਪ ਚੰਦ ਜੀ ਬੇਨਤੀਆਂ ਕਰ ਰਹੇ ਸਨ ਕਿ ਸਤਿਗੁਰੂ ਜੀ ਕਿਰਪਾ ਕਰੋ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮੇਰੀ ਇਹ ਪ੍ਰੈ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਦੀਦਾਰ ਬਖਸ਼ਿਸ਼ ਕਰ ਦਵੋ। ਤਰਪਤ ਇੱਕ ਪਰਮੇਸ਼ਰ ਆਸ। ਹੁਣ ਜਿਸ ਵੇਲੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਹੋਏ ਜਲ ਧਰ ਗੁਰ ਪਹੁੰਚੇ ਪਾਸ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹੁਣ ਇਹਨਾਂ ਕੋਲ ਪਹੁੰਚੇ ਹਨ। ਜਥਾ ਕਮਲ ਜੁਗ ਕਾਮਤ ਪਾਏ। ਜਿਸ ਵਕਤ ਸਤਿਗੁਰੂ ਜੀ ਦੇ ਇਹਨਾਂ ਦੀਦਾਰ ਕੀਤੇ ਹਨ, ਜਲ ਵਿਹੀਨ ਹੋਏ ਕਰ ਮੁਰਝਾਏ। ਜਿਸ ਤਰ੍ਹਾਂ ਕਮਲ ਦਾ ਫੁੱਲ ਜਾਂ ਗਰਮੀ ਦੀ ਤਪਸ਼ ਵਿੱਚ ਜਲ ਤੋਂ ਵਿਹੀਨ ਹੋ ਕੇ ਮੁਰਝਾ ਜਾਂਦਾ, ਇਸ ਤਰ੍ਹਾਂ ਸਤਿਗੁਰੂ ਜੀ ਦੇ ਦੀਦਾਰਿਆਂ ਤੋਂ ਬਿਨਾਂ ਇਹਨਾਂ ਦੇ ਚਿਹਰੇ ਵੀ ਪਹਿਲਾਂ ਮੁਰਝਾਏ ਹੋਏ ਸਨ। ਨਦੀ ਰੂਪ ਗੁਰ ਪਹੁੰਚੇ ਆਏ। ਪਰ ਜਿਸ ਵੇਲੇ ਸਤਿਗੁਰੂ ਜੀ ਹੁਣ ਇਹਨਾਂ ਕੋਲ ਪਹੁੰਚਦੇ ਹਨ, ਬਿਨ ਜਲ ਪਾਨ ਉਠੇ ਹਰ ਖਾਏ। ਦੋਵਾਂ ਦੀ ਪਿਆਸ ਤੇ ਇੱਕ ਪਾਸੇ ਹੀ ਰਹਿ ਗਈ, ਪਰ ਅੰਦਰ ਚਾਅ ਬੜਾ ਆ ਗਿਆ। ਭੁੱਲ ਗਏ ਕਿ ਸਾਨੂੰ ਪਿਆਸ ਲੱਗੀ ਸੀ। ਗੁਰੂ ਜੀ ਦੇ ਦੀਦਾਰ ਕਰਕੇ, ਗੁਰੂ ਜੀ ਦੇ ਦਰਸ਼ਨ ਕਰਕੇ ਇੰਨਾ ਜ਼ਿਆਦਾ ਆਨੰਦ ਆਇਆ ਹੈ। ਸੋਤ ਰੂਪੇ ਸੰਗ ਸਾਧੂ ਕਹਿਓ। ਉਸ ਵੇਲੇ ਭਾਈ ਸਾਧੂ ਜੀ ਨੂੰ ਭਾਈ ਰੂਪ ਚੰਦ ਜੀ ਇਸ ਤਰ੍ਹਾਂ ਕਹਿੰਦੇ ਹਨ। ਤੋ ਗੁਰੂ ਮੈਂ ਆਵਤ ਲਹਿਓ। ਕਹਿਣ ਲੱਗੇ ਕਿ ਵੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਸੱਚਮੁੱਚ ਆ ਗਏ ਹਨ। ਭੈ ਕਾ ਤੁਰ ਜਾਚਤ ਨੀਰ। ਅਤੇ ਉਹਨਾਂ ਨੂੰ ਹੁਣ ਪਿਆਸ ਵੀ ਬੜੀ ਲੱਗੀ ਹੈ। ਕਰੋ ਪਿਆਵਨ ਧਰ ਕਰ ਧੀਰ। ਅਤੇ ਆਵੋ ਹੁਣ ਸਤਿਗੁਰੂ ਜੀ ਨੂੰ ਅਸੀਂ ਜਲ ਛਕਾ ਲਈਏ। ਕਿਰਤਕ ਸਮਾਨ ਉਤੋ ਮੁਰਝਾਇਓ। ਉਸ ਵੇਲੇ ਹੁਣ ਭਾਈ ਰੂਪਾ ਜੀ ਉੱਠ ਜਾਂਦੇ ਹਨ ਜੋ ਸੁਨਤ ਜਨ ਅਮੀ ਮਿਲਾਇਓ।
ਅਤੇ ਬੜੇ ਚਾਅ ਦੇ ਨਾਲ ਸਤਿਗੁਰੂ ਜੀ ਨੂੰ ਜਲ ਛਕਾਉਣ ਜਾਂਦੇ ਹਨ। ਦੋਨੋਂ ਖਰੇ ਦੂਰ ਕਰ ਜੋਰੇ, ਜਿਸ ਵੇਲੇ ਦੋਵਾਂ ਨੇ ਹੁਣ ਆਪਣੇ ਹੱਥ ਜੋੜੇ ਤੇ ਖੜੇ ਹੋ ਗਏ। ਹੋਰ ਹੈ ਪ੍ਰੇਰ ਗਏ ਤਿਨ ਓਰੇ, ਸਤਿਗੁਰੂ ਜੀ ਘੋੜੇ ਨੂੰ ਹੁਣ ਕੁਝ ਹਿੱਕ ਕੇ ਉਹਨਾਂ ਦੋਵਾਂ ਗੁਰਸਿੱਖਾਂ ਕੋਲ ਪਹੁੰਚ ਜਾਂਦੇ ਹਨ ਬਾਰ ਬਾਰ ਬਚ ਬਦਨ ਬਖਾਨੇ, ਅਤੇ ਵਾਰ-ਵਾਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰ ਰਹੇ ਹਨ। ਹਮਕੋ ਲਾਗੀ ਤ੍ਰਿਕਾ ਮਹਾਨੇ, ਸਤਿਗੁਰੂ ਜੀ ਕਹਿੰਦੇ ਸਾਨੂੰ ਪਿਆਸ ਬਹੁਤ ਜ਼ਿਆਦਾ ਲੱਗੀ ਹੈ। ਹੋਇ ਰਹੇ ਜਲ ਕਤੂ ਨ ਪਾਇਓ, ਬੜਾ ਇਸ ਜੰਗਲ ਵਿੱਚ ਢੂੰਡਿਆ ਕਿਤੇ ਸਾਨੂੰ ਜਲ ਮਿਲਿਆ ਨਹੀਂ। ਜੇਠ ਦੁਪਹਿਰੇ ਬਹੁ ਤਪਤਾਇਓ, ਅਤੇ ਜੇਠ ਮਹੀਨੇ ਦੇ ਵਿੱਚ ਗਰਮੀ ਵੀ ਬੜੀ ਪੈ ਰਹੀ ਹੈ। ਗਏ ਸਮੀਪ ਡੌਣ ਪਗ ਪਰੇ, ਇਸ ਤਰ੍ਹਾਂ ਦੋਵੇਂ ਸਤਿਗੁਰੂ ਜੀ ਦੇ ਚਰਨਾਂ ਤੇ ਹੁਣ ਢਹਿ ਪੈਂਦੇ ਹਨ। ਪ੍ਰਭ ਜੀ ਜਲ ਸੋ ਤਿਆਰ ਹਮ ਕਰੇ, ਕਹਿਣ ਲੱਗੇ ਸਤਿਗੁਰੂ ਜੀ ਅਸੀਂ ਆਪ ਜੀ ਦੇ ਲਈ ਜਲ ਪਹਿਲਾਂ ਹੀ ਤਿਆਰ ਰੱਖਿਆ ਹੈ। ਨਾ ਜਨ ਬ੍ਰਿਸ਼ ਲਟਕਾਇਓ, ਅਤੇ ਜੋ ਜਲ ਦੇ ਉੱਤੇ ਜੋ ਜੰਡ ਦੇ ਦਰਖਤ ਦੇ ਉੱਤੇ ਜਲ ਦੀ ਛੋਟੀ ਜਿਹੀ ਮਸ਼ਕ ਭਰ ਕੇ ਟੰਗੀ ਸੀ, ਲਗ ਲੋਵਾ ਆਤੀ ਸੀਤ ਲਾਇਓ, ਜਿਸ ਦਾ ਜਲ ਹੁਣ ਬਹੁਤ ਜ਼ਿਆਦਾ ਠੰਡਾ ਹੋ ਚੁੱਕਾ ਸੀ। ਉਚਤ ਆਪ ਕੇ ਪਾਣੀ ਜਾਣਾ, ਕਹਿਣ ਲੱਗੇ ਸਤਿਗੁਰੂ ਜੀ ਇਹ ਜਲ ਅਸੀਂ ਆਪ ਜੀ ਦੇ ਲਈ ਹੀ ਉਚਿਤ ਜਾਣ ਕੇ ਵਧੀਆ ਜਾਣ ਕੇ ਰੱਖਿਆ ਹੈ। ਭਏ ਤ੍ਰਿਕਾ ਦੁਰ ਕਰਿਓ ਨ ਪਾਨਾ, ਕਹਿਣ ਲੱਗੇ ਸਤਿਗੁਰੂ ਜੀ ਸਾਨੂੰ ਭਾਵੇਂ ਪਿਆਸ ਲੱਗੀ ਪਰ ਅਸੀਂ ਇਹ ਗੱਲ ਸੋਚੀ ਸੀ ਕਿ ਇਹ ਜਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਲਈ ਹੈ ਕਿ ਅਸੀਂ ਸਤਿਗੁਰੂ ਜੀ ਨੂੰ ਹੀ ਇਹ ਜਲ ਛਕਾਉਣਾ ਹੈ। ਗਹਿਰ ਕਾਮ ਗਹਿਰ ਕਾਬ ਸਤਿਗੁਰੂ ਉਤਾਰੇ, ਇਸ ਤਰ੍ਹਾਂ ਸਤਿਗੁਰੂ ਜੀ ਹੁਣ ਘੋੜੇ ਤੋਂ ਹੇਠਾਂ ਉਤਰਦੇ ਹਨ ਤਨ ਕੋ ਬਸਨ ਬ੍ਰਿਤੀ ਪਰ ਡਾਰੇ, ਅਤੇ ਸਤਿਗੁਰੂ ਜੀ ਹੁਣ ਜਿਸ ਵੇਲੇ ਘੋੜੇ ਤੋਂ ਉਤਰੇ ਤਾਂ ਭਾਈ ਸਾਧੂ ਜੀ ਤੇ ਭਾਈ ਰੂਪ ਚੰਦ ਜੀ ਦੇ ਕੋਲ ਜੋ ਵੀ ਬਸਤਰ ਸਨ ਇਹਨਾਂ ਨੇ ਜ਼ਮੀਨ ਦੇ ਉੱਤੇ ਵਿਛਾ ਦਿੱਤੇ ਹਾਥ ਜੋੜ ਉੱਪਰ ਬੈਠਾਏ, ਅਤੇ ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਤੇ ਸਤਿਗੁਰੂ ਜੀ ਨੂੰ ਉਹਨਾਂ ਨੇ ਕੱਪੜਿਆਂ ਦੇ ਉੱਪਰ ਬਿਠਾਉਣਾ ਕੀਤਾ ਪਾਤਨ ਕੋ ਡੋਨਾ ਕਰ ਲਿਆਏ, ਅਤੇ ਸਤਿਗੁਰੂ ਜੀ ਦੇ ਲਈ ਬੜੇ ਪ੍ਰੇਮ ਦੇ ਨਾਲ ਜਲ ਲੈ ਕੇ ਆਏ। ਤਬ ਰੂਪੇ ਜਲ ਤਰੇ ਉਤਾਰਾ, ਜਿਸ ਵੇਲੇ ਭਾਈ ਰੂਪਾ ਜੀ ਨੇ ਹੁਣ ਜਲ ਸਤਿਗੁਰੂ ਜੀ ਦੇ ਲਈ ਛਕਾਉਣ ਲਈ ਅੱਗੇ ਲਿਆਂਦਾ, ਪਰ ਡੋਨਾ ਸਾਧੂ ਕਰ ਧਾਰਾ, ਭਾਈ ਸਾਧੂ ਜੀ ਨੇ ਆਪਣੇ ਹੱਥ ਦੇ ਵਿੱਚ ਇੱਕ ਡੂਨਾ ਲਿਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਲਈ ਭਾਈ ਰੂਪਾ ਜੀ ਹੁਣ ਉਸ ਡੂਨੇ ਦੇ ਵਿੱਚ ਜਲ ਪਾਉਂਦੇ ਹਨ। ਸ੍ਰੀ ਹਰਿਗੋਬਿੰਦ ਕੋ ਪਕੜਾਇਓ, ਜਿਸ ਵੇਲੇ ਹੁਣ ਸਤਿਗੁਰੂ ਜੀ ਦੇ ਹੱਥਾਂ ਵਿੱਚ ਇਹਨਾਂ ਨੇ ਜਲ ਵਾਲਾ ਡੂਨਾ ਪਕੜਾ ਦਿੱਤਾ ਫੜਾ ਦਿੱਤਾ ਹੈ। ਗਇਓ ਪਾਨ ਪੁਨ ਬਾਗ ਲਾਇਓ, ਸਤਿਗੁਰੂ ਜੀ ਨੇ ਬੜੇ ਚਾਅ ਦੇ ਨਾਲ ਬੜੇ ਪ੍ਰੇਮ ਦੇ ਨਾਲ ਆਨੰਦ ਦੇ ਨਾਲ ਇਹਨਾਂ ਦੋਵਾਂ ਹੀ ਗੁਰਮੁਖਾਂ ਦੇ ਪਾਸੋਂ ਜਲ ਛਕਣਾ ਕੀਤਾ ਤੇ ਇਸ ਤਰ੍ਹਾਂ ਕਹਿਣ ਲੱਗੇ ਹਨ। ਜਲ ਐਸੋ ਕਬ ਪੀਓ ਨ ਆਗੈ, ਕਹਿਣ ਲੱਗੇ ਸਿੱਖੋ ਅਸੀਂ ਇਹੋ ਜਿਹਾ ਜਲ ਅੱਗੇ ਕਦੇ ਵੀ ਛਕਿਆ ਨਹੀਂ, ਇੰਨਾ ਜਲ ਇਹ ਮਿੱਠਾ ਹੈ। ਸਾਧ ਸੰਗਤ ਭਾਈ ਸਾਧੂ ਜੀ ਤੇ ਭਾਈ ਰੂਪ ਜੀ ਚੰਦ ਜੀ ਦੀ ਜੋ ਪ੍ਰੀਤ ਸੀ ਨਾ, ਇਸ ਦੇ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਇੰਨੇ ਪ੍ਰਸੰਨ ਹੋਏ ਤੇ ਸਾਧ ਸੰਗਤ ਇਹ ਜਲ ਸਤਿਗੁਰੂ ਜੀ ਨੂੰ ਬੜਾ ਆਨੰਦ ਦੇ ਰਿਹਾ ਹੈ। ਕਿਨੂ ਨਾ ਦੀਨਸ ਕਰ ਅੰਦਰ ਕੇ, ਸਤਿਗੁਰੂ ਜੀ ਕਹਿਣ ਲੱਗੇ ਇੰਨਾ ਆਪ ਜੀ ਦੇ ਅੰਦਰ ਪ੍ਰੇਮ ਜਾਗਿਆ ਹੈ। ਅਜਕ ਤ੍ਰਿਕਾ ਕਰ ਪਾਨ ਮਿਟਾਏ, ਇਸ ਤਰ੍ਹਾਂ ਸਤਿਗੁਰੂ ਜੀ ਨੇ ਹੁਣ ਜਦੋਂ ਜਲ ਛਕਿਆ ਅਬ ਤੁਮ ਪਈਓ ਜਿਉ ਸੁਖਦਾਈ, ਸਤਿਗੁਰੂ ਜੀ ਆਪ ਜਲ ਛਕਦੇ ਨੇ ਤੇ ਹੁਣ ਦੋਵਾਂ ਗੁਰਮੁਖਾਂ ਨੂੰ ਵੀ ਭਾਈ ਸਾਧੂ ਜੀ ਨੂੰ ਤੇ ਭਾਈ ਰੂਪ ਚੰਦ ਜੀ ਨੂੰ ਵੀ ਸਤਿਗੁਰੂ ਜੀ ਜਲ ਛਕਾਉਂਦੇ ਹਨ। ਮੈਂ ਧਰ ਰੱਖਾ, ਤੇ ਸਤਿਗੁਰੂ ਜੀ ਨਾਲ ਹੀ ਇਹ ਬਖਸ਼ਿਸ਼ਾਂ ਕਰਦੇ ਨੇ ਕਿ ਇਹ ਜਲ ਜਿਹੜਾ ਹੈ ਇਹ ਬਰਫ਼ ਵਾਂਗ ਠੰਡਾ ਹੈ। ਅਲ ਸੀਤਲ ਕਰਵੇ ਅਗਲਾਖਾ,
ਸਤਿਗੁਰੂ ਜੀ ਕਹਿੰਦੇ ਨੇ ਕਿ ਆਪ ਜੀ ਨੇ ਬੜੇ ਚਾਅ ਦੇ ਨਾਲ ਸਾਨੂੰ ਇਹ ਜਲ ਛਕਾਇਆ। ਇਸ ਜਲ ਸਮ ਹਮ ਕਬੂ ਨ ਪੀਓ। ਇਸ ਜਲ ਵਰਗਾ ਜਲ ਅਸੀਂ ਕਦੇ ਛਕਿਆ ਨਹੀਂ। ਬਰੰਬਾਰ ਸਲਾਹਨ ਕੀਓ। ਅਤੇ ਸਤਿਗੁਰੂ ਜੀ ਵਾਰ-ਵਾਰ ਇਸ ਜਲ ਦੀ ਸ਼ਲਾਘਾ ਕਰਦੇ ਹਨ। ਪਿਤਾ ਪੁੱਤਰ ਗੁਰ ਆਇਸ ਪਾਈ। ਇਸ ਤਰ੍ਹਾਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚੋਂ ਦੋਵਾਂ ਪਿਓ ਪੁੱਤਰਾਂ ਨੇ ਦੀਦਾਰ ਕੀਤੇ, ਆਗਿਆ ਪ੍ਰਾਪਤ ਕੀਤੀ ਕਰਿਓ ਬਾਨ ਜਲ ਦਿਖਾ ਮਿਟਾਈ। ਤੇ ਬਾਅਦ ਵਿੱਚ ਆਪ ਜਲ ਛਕ ਕੇ ਇਹਨਾਂ ਆਪਣੀ ਤ੍ਰਿਸ਼ਨਾ, ਆਪਣੀ ਤ੍ਰਿਖਾ ਦੂਰ ਕੀਤੀ ਹੈ। ਬਰਕਤ ਪਾਉਣ ਕਰਨ ਪੁਨ ਲਾਗੇ। ਅਤੇ ਸਤਿਗੁਰੂ ਜੀ ਨੂੰ ਬੜੇ ਚਾਅ ਦੇ ਨਾਲ, ਭਾਵਨਾ ਦੇ ਨਾਲ ਹੁਣ ਪੱਖਾ ਚੱਲਣ ਲੱਗੇ ਹਨ। ਪੂਰਬ ਜਨਮ ਪੁਨ ਜਿਨ ਜਾਗੇ। ਇਹ ਪੂਰਨ ਭਾਗ ਜਾਗੇ ਨੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਭਾਈ ਸਾਧੂ ਜੀ ਦੇ ਤੇ ਭਾਈ ਰੂਪ ਚੰਦ ਜੀ ਦੇ, ਜਿਨ੍ਹਾਂ ਤੇ ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ ਕੀਤੀ। ਸਾਧ ਸੰਗਤ ਇਹ ਸਾਰੀ ਗੱਲ ਭਾਵਨਾ ਦੀ ਹੈ। ਅਸੀਂ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਣੀ ਪੂਰਨ ਭਾਵਨਾ ਬਣਾਈਏ। ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜਾਂਗੇ, ਕੀ ਮਿਲੇਗਾ? ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਿਚਾਰਾਂ ਕਰਦਿਆਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਯੋਗ ਹੋ, ਬਖਸ਼ ਲੈਣਾ। ਸਤਿਗੁਰੂ ਜੀ ਸਰਬੱਤ ਸੰਗਤ ਨੂੰ ਚਰਨਾਂ ਨਾਲ ਜੋੜ ਲੈਣ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।